ਜਗਮੋਹਨ ਸਿੰਘ ਪੱਟੀ ਐਡਵੋਕੇਟ YouTube ਚੈਨਲ ਅੱਜ ਤੁਹਾਡੇ ਵਾਸਤੇ ਇੱਕ ਇਹ ਗੱਲ, ਇੱਕ ਇਹ ਸ਼ਮੂਲੀਅਤ, ਇੱਕ ਇਹ ਦੇਸ਼ ਦੀ ਬਹਿਸ ਤੇ ਇੱਕ ਵੀ ਦੀ ਪੀਪਲ ਆਫ ਇੰਡੀਆ ਕਿੰਨੇ ਕੁ ਸੁਰੱਖਿਅਤ ਹਾਂ ਅਸੀਂ ਅੱਜ ਦੀ ਪੁਲਿਸ ਦੇ ਮੁਤਾਬਕ ਜਾਂ 1960 ਵਾਲੇ ਹੀ ਹਾਲਾਤ ਹੈ। ਪੁਲਿਸ ਇਜ਼ ਅ ਵੈਲ ਆਰਗੇਨਾਈਜ਼ਡ ਗੈਂਗ ਇਨ ਡਕੈਟਸ or in a dress. This is a saying and it is continuing even as on date. ਮੇਰੇ ਨਾਲ ਅਫੈਕਟਡ ਵਕੀਲ ਸਾਹਿਬ HS ਬਾੜ ਸਾਹਿਬ ਜਿਹੜੇ ਹਿਮਾਚਲ ਪ੍ਰਦੇਸ਼ ਦੀ ਇੱਕ ਕੋਰਟ ਦੇ ਵਿੱਚ ਸੈਸ਼ਨ ਕੋਰਟ ਦੇ ਵਿੱਚ ਬਿਲਾਸਪੁਰ ਦੇ ਵਿੱਚ ਕ੍ਰਾਸ ਐਗਜ਼ਾਮਿਨ ਕਰਨ ਗਏ ਸੀ ਆਪਣੇ ਅਕਿਊਜ਼ਡ ਵੱਲੋਂ ਉਹਨਾਂ ਦੇ ਵਿੱਚ, ਤੇ ਉਸ ਗੱਲ ਨੂੰ ਸਾਹਮਣੇ ਰੱਖ ਕੇ ਇਹ ਚੀਜ਼ ਜਿਹੜੀ ਹੈ ਉਹਨਾਂ ਨਾਲ ਕੀ ਹੋਇਆ, ਹਿਮਾਚਲ ਪ੍ਰਦੇਸ਼ ਦਾ ਵਤੀਰਾ ਇੱਕ ਵਕੀਲ ਪ੍ਰਤੀ ਕਿੱਦਾਂ ਸੀ, ਉਸ ਬਾਰੇ ਅਸੀਂ ਇਹ ਗੱਲ ਕਰ ਰਹੇ ਹਾਂ। ਔਰ ਇਹ ਗੱਲ ਜਿਹੜੀ ਹੈ ਤੁਹਾਨੂੰ ਉਹਨਾਂ ਦੀ ਆਪਣੀ ਜ਼ੁਬਾਨੀ ਸੁਣਾ ਦਿੰਦੇ ਹਾਂ ਵੀ ਉਹਨਾਂ ਨਾਲ ਕੀ ਹੋਇਆ, ਤੇ ਉਹਨਾਂ ਨੇ ਜਿਹੜੀ ਕੰਪਲੇਂਟ ਕੀਤੀ ਹੈ ਉਹ ਵੀ ਤੁਹਾਨੂੰ ਦਰਸ਼ਨ ਕਰਾ ਦੇਣਗੇ। ਮੇਰੇ ਨਾਲ ਬਾੜ ਸਾਹਿਬ ਐਡਵੋਕੇਟ HS ਬਾੜ ਸਾਹਿਬ ਨੇ, ਔਰ ਉਹਨਾਂ ਨੂੰ ਬੇਨਤੀ ਹੈ ਵੀ ਜੋ ਤੁਹਾਡੇ ਨਾਲ ਹੋਇਆ ਉਸ ਬਾਰੇ ਦੱਸ ਦਿਓ। ਸਾਡੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵਕਾਲਤ ਕਰਦੇ ਨੇ ਔਰ ਇਹ ਵੇਲੇ ਕਵੇਲੇ ਵਜ੍ਹਾ ਬਵਜ੍ਹਾ ਕਿਸੇ ਨਾ ਕਿਸੇ ਕੋਰਟ ਦੇ ਵਿੱਚ ਜਾਂਦੇ ਰਹਿੰਦੇ ਨੇ, ਔਰ ਇਹਨਾਂ ਦਾ ਇੱਕ ਅੱਛਾ ਤਜਰਬਾ ਹੈ ਔਰ ਸੀਜ਼ਨਡ ਐਡਵੋਕੇਟ ਨੇ। ਔਰ ਜੇ ਮੈਂ ਇਹ ਕਹਾਂ 30 ਸਾਲ ਤੋਂ ਉੱਤੇ ਦਾ ਇਹਨਾਂ ਦਾ ਤਜਰਬਾ ਹੈ ਤਾਂ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ। ਬਾੜ ਸਾਹਿਬ ਵੈਲਕਮ। ਸਤਿ ਸ਼੍ਰੀ ਅਕਾਲ। ਤੁਹਾਡੇ ਨਾਲ ਕੀ ਹੋਇਆ, ਕਿਸ ਤਰ੍ਹਾਂ ਹੋਇਆ, ਤੁਸੀਂ ਆਪਣੀ ਜ਼ੁਬਾਨੀ ਦੱਸੋ ਇਸ ਚੀਜ਼ ਨੂੰ। ਮੈਂ 3 ਨੰਬਰ FIR 2020 ਥਾਣਾ ਕੋਟ ਕਲੂਰ ਦਾ ਪਰਚਾ NDPS ਦਾ ਦਰਜ ਹੈ, ਜਿਸ ਦਾ ਟਰਾਇਲ ਸੈਸ਼ਨ ਕੋਰਟ ਬਿਲਾਸਪੁਰ ਚੱਲ ਰਿਹਾ, ਜਿਸ ਦੇ ਵਿੱਚ ਟੈਰੀਟੋਰੀਅਲ ਜੂਰੀਡਿਕਸ਼ਨ ਦਾ ਪੁਆਇੰਟ ਮੈਂ ਚਾਰਜ ਵੇਲੇ ਤੋਂ ਲੈ ਕੇ ਚੱਲ ਰਿਹਾ ਸੀ। ਲੇਕਿਨ ਡਿਊਰਿੰਗ ਟਰਾਇਲ ਜਿਹੜੇ 2 ਇੰਡੀਪੈਂਡੈਂਟ ਵਿਟਨੈਸ ਹੌਸਟਾਈਲ ਹੋ ਗਏ। ਉਹਨਾਂ ਨੇ ਕੈਟਾਗੋਰੀਕਲ ਇਹ ਗੱਲ ਕਹੀ ਵੀ ਜਿਹੜਾ ਪਲੇਸ ਆਫ ਅਕਰੈਂਸ ਹੈ ਉਹ ਪੰਜਾਬ ਦੇ ਵਿੱਚ ਇੱਕ ਬ੍ਰਿਜ ਹੈ, ਪੰਜਾਬ ਸਰਕਾਰ ਨੇ ਬਣਾਇਆ। ਉੱਥੇ ਆ ਕੇ ਜਿਹੜੇ ਸੈਸ਼ਨ ਜੱਜ ਲੰਡਨ ਸੈਸ਼ਨ ਜੱਜ ਬਿਲਾਸਪੁਰ ਹੈ, ਉਹਨਾਂ ਨੇ ਦੋਨਾਂ ਦਾ ਜਿਹੜਾ ਕ੍ਰਾਸ ਐਗਜ਼ਾਮੀਨੇਸ਼ਨ ਹੈ ਉਹਨੂੰ ਡੈਫਰ ਕਰਤਾ ਔਰ ਇਹ ਕਿਹਾ ਵੀ ਇਹ ਪੁਆਇੰਟ ਆਪਾਂ ਪਹਿਲੀ ਇਹਨੂੰ ਡਿਸਾਈਡ ਕਰਾਂਗੇ। ਉੱਥੇ ਆ ਕੇ ਜਿਹੜੀ ਪੁਲਿਸ ਵਾਸਤੇ ਇਹ ਨੌਬਤ ਖੜੀ ਹੋਵੇ ਕਿ ਕੋਈ NDPS ਐਕਟ ਹੀ ਇਸ ਤਰ੍ਹਾਂ ਦਾ ਐਕਟ ਹੈ ਕਿ ਜੇ ਮੁਲਜ਼ਮ ਬਰੀ ਹੁੰਦਾ ਹੈ ਤਾਂ ਉਹਦੇ ਬਰਾਬਰ ਦੀ ਸਜ਼ਾ ਜਿਹੜੀ ਹੈ ਪੁਲਿਸ ਵਾਲਿਆਂ ਨੂੰ ਹੋ ਜਾਂਦੀ ਹੈ। ਇਸ ਗੱਲ ਦੀ ਐਪਰੀਹੈਂਸ਼ਨ ਦੇ ਵਿੱਚ ਪੁਲਿਸ ਵਾਲੇ ਸੀਗੇ ਤੇ ਮੈਨੂੰ ਪਤਾ ਨਹੀਂ ਸੀਗਾ। ਮੈਂ 18 ਤਰੀਕ ਨੂੰ ਇਹ ਜਿਹੜੀ IO ਦੇ ਉੱਤੇ ਜਰਿਆ ਕਰਨੀ ਸੀ। 17 ਤਰੀਕ ਨੂੰ ਮੈਂ ਸੈਨਿਕ ਰੈਸਟ ਹਾਊਸ ਦੇ ਵਿੱਚ ਆਪਣਾ ਕਮਰਾ ਬੁੱਕ ਕਰਾਇਆ। 4 ਵਜੇ ਉਸ ਪਹਿਲਾਂ ਜਾਣ ਤੋਂ ਮੈਂ ਮੁਲਜ਼ਮਾਂ ਨੂੰ ਮਿਲਿਆ ਜੇਲ੍ਹ ਦੇ ਵਿੱਚ, ਉੱਥੇ ਮੇਰੀ ਐਂਟਰੀ ਹੈ ਐਜ਼ ਐਨ ਐਡਵੋਕੇਟ। ਉਸ ਤੋਂ ਬਾਅਦ ਮੈਂ ਸੈਨਿਕ ਰੈਸਟ ਹਾਊਸ ਦੇ ਵਿੱਚ ਕਮਰਾ ਲਿਆ, ਉੱਥੇ ਮੇਰੀ ਐਂਟਰੀ ਹੈ ਐਜ਼ ਐਕਸ ਸਰਵਿਸਮੈਨ। ਮੈਂ 4 ਵਜੇ ਸੈਨਿਕ ਰੈਸਟ ਹਾਊਸ ਪੁੱਜ ਕੇ ਆਰਾਮ ਕਰਕੇ ਰਾਤ ਦੇ 9 ਵਜੇ ਆਪਣੇ ਸੌ ਗਿਆ। 11 ਵਜੇ ਆ ਕੇ ਪੁਲਿਸ ਨੇ ਮੈਨੂੰ ਉੱਥੋਂ ਕਿਹਾ ਵੀ ਤੁਸੀਂ ਕਿਸੇ 'ਚ ਗੱਡੀ ਮਾਰ ਕੇ ਆਏ ਹੋ ਅਤੇ ਪੁਲਿਸ ਪੋਸਟ ਚੱਲੋ। ਉਸ ਤੋਂ ਬਾਅਦ ਉਹ ਮੈਨੂੰ ਪੁਲਿਸ ਚੌਕੀ ਤੋਂ ਲੈ ਗਏ, ਉੱਥੋਂ ਜਾ ਕੇ ਮੈਨੂੰ ਸਦਰ ਥਾਣੇ ਬੰਦ ਕਰਤਾ। ਅਤੇ ਦੂਜੇ ਦਿਨ ਮੈਨੂੰ ਜਦੋਂ ਹੀਰਿੰਗ ਕੇਸ ਦੀ ਖਤਮ ਹੋ ਗਈ 4:17 'ਤੇ 157 ਦਾ ਕਲੰਦਰਾ ਕੱਟ ਕੇ SDM ਕੋਰਟ ਬਿਲਾਸਪੁਰ ਦੇ ਪੇਸ਼ ਕਰਤਾ ਅਤੇ ਉਹਨਾਂ ਨੇ ਮੈਨੂੰ ਪਰਸਨਲ ਬੌਂਡ 'ਤੇ ਛੱਡਤਾ। ਅਤੇ ਅਗਲੀ ਤਰੀਕ ਜਿਹੜੀ ਮੇਰੀ ਆ ਉਹ 27/6 ਹੈ। ਮੇਰੀ ਗੁਜ਼ਾਰਿਸ਼ ਹੈ ਕਿ ਕਿਆ ਇਹ ਮੈਂ ਟਰਾਇਲ ਕਰਨ ਦੇ ਇਸ ਵਕਤ ਕੈਪੇਬਲ ਹੈ, ਕਿਉਂਕਿ ਮੇਰੇ 'ਤੇ ਲੱਕ ਦੀ ਤਲਵਾਰ ਹੈ ਕਿ ਜੇ ਮੈਂ ਦੁਬਾਰੇ ਬਿਲਾਸਪੁਰ ਦੇ ਵਿੱਚ 57 ਦੇ ਵਿੱਚ ਜਾਵਾਂ ਜਾਂ ਫਿਰ ਮੈਂ ਉਹ ਕੰਡਕਟ ਕਰਾਂ ਕੇਸ ਨੂੰ, ਤਾਂ ਮੇਰੇ ਲਈ ਬੜਾ ਮੁਸ਼ਕਿਲ ਪੜ ਰਿਹਾ, ਕਿਉਂਕਿ ਮੇਰੀ ਇਹ ਡਿਊਟੀ ਹੈ ਪ੍ਰੋਫੈਸ਼ਨਲ। ਇਹਦੇ ਵਿੱਚ ਇੰਟਰਫੀਰੈਂਸ ਹੈ ਅਤੇ ਮੈਂ ਤਾਂ ਇਹ ਵੀ ਕਹਾਂਗਾ ਕਿ ਇਟ ਇਜ਼ ਅ ਡਾਇਰੈਕਟ ਇੰਟਰਫੀਰੈਂਸ ਇਨ ਦੀ ਸਮੂਥ ਐਡਮਿਨਿਸਟ੍ਰੇਸ਼ਨ ਆਫ ਜਸਟਿਸ ਬਾਈ ਦੀ ਕੰਸਰਨਡ ਪੁਲਿਸ ਆਫੀਸ਼ੀਅਲਸ। ਔਰ ਇਹ ਜਿਹੜਾ ਸਾਰਾ ਬ੍ਰੇਨ ਵਰਕ ਹੈ ਡਿਸਟ੍ਰਿਕਟ ਅਟਾਰਨੀ ਔਰ ਜਿਹੜਾ ਮੇਰੇ ਨਾਲ ਪਹਿਲਾਂ ਵਕੀਲ ਜੀ ਨੂੰ ਛੱਡ ਕੇ ਮੈਨੂੰ ਕੀਤਾ ਸੀ ਸ਼੍ਰੀ ਐਡਵੋਕੇਟ ਜਿਹੜੇ ਜਿਹਦਾ ਨਾਂ ਹੈਗਾ ਪ੍ਰਵੀਨ ਸ਼ਰਮਾ ਜੀ ਬਿਲਾਸਪੁਰ ਦੇ, ਇਹ ਉਹਨਾਂ ਦਾ ਬ੍ਰੇਨ ਵਰਕ ਹੈ। ਅਤੇ ਇਸ ਕਰਕੇ ਜਿਹੜਾ ਮੈਨੂੰ ਆਪਣੀ ਡਿਊਟੀ ਦੇ ਵਿੱਚੋਂ ਰੋਕਿਆ ਗਿਆ ਅਤੇ ਮੈਂ ਇਸ ਵੇਲੇ ਆਪਣਾ ਕੋਈ ਵੀ ਫੈਸਲਾ ਲੈਣ 'ਚ ਅਸਮਰਥ ਹੈ ਕਿ ਮੈਂ ਕਿਵੇਂ ਆਪਣੇ ਕਲਾਇੰਟਾਂ ਨੂੰ ਜਵਾਬ ਦੇਵਾਂ। ਮੈਂ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਜੁਡੀਸ਼ਲ ਸਿਸਟਮ ਦੇ ਵਿੱਚ, ਜਾਂ ਇੱਕ ਜਿਹੜੀ ਵਕੀਲ ਨੂੰ ਫਰੀ ਹੈਂਡ ਹੈ, ਜਾਂ ਜਿਹੜਾ ਇੱਕ ਕਲਾਇੰਟ ਦੀ ਚੁਆਇਸ ਹੈ ਕਿ ਮੈਂ ਕਿਸ ਵਕੀਲ ਨੂੰ ਕਰਨਾ, ਇਹ ਉਹਦੇ ਵਿੱਚ ਵੀ ਇੰਟਰਫੀਰੈਂਸ ਹੈ। ਸੋ ਮੇਰੀ ਇਹ ਗੁਜ਼ਾਰਿਸ਼ ਹੈ ਕਿ ਲੋਕਾਂ ਦਾ ਜੁਡੀਸ਼ਲ ਸਿਸਟਮ ਦੇ ਵਿੱਚ ਇਤਬਾਰ, ਵਕੀਲਾਂ ਦੇ ਪ੍ਰਤੀ ਇਤਬਾਰ, ਇਹਦੇ ਬਾਰੇ ਮੈਨੂੰ ਜਸਟਿਸ ਦੀ ਲੋੜ ਹੈ। ਤੁਸੀਂ ਕੋਈ ਇਸ ਬਾਰੇ ਲਿਖਤੀ ਕੰਪਲੇਂਟ ਕੀਤੀ ਹੈ ਔਰ ਕਿੱਥੇ ਕਿੱਥੇ ਕੀਤੀ ਹੈ?
मैं ये शनिवार की गल है, एतवार को क्योंकि नहीं मैंने टॉर्चर किया सी, आई वॉज नॉट इन पोजीशन। तो फिर मैं सोमवार को आके अपने जोड़े बार के प्रेजिडेंट है उन्होंने शिकायत की, उन्होंने अपनी एमरजेंट मीटिंग बुलाई तो असी बाय रजिस्टर्ड बोर्ड की बार ने जी शिकायत की हुई, तो हुण तक मैंने हजा कोई पॉजिटिव रिप्लाई नहीं है। ਤੁਸੀਂ ਸੈਸ਼ਨ ਜੱਜ ਬਿਲਾਸਪੁਰ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ ਹੈ ਲਿਖਤੀ ਤੌਰ ਤੇ? क्योंकि मैनू नहीं 4:15 बजे छड्डिया, मैं कोर्ट दे विच गया सी, जज साहब घरे जा चुके ने। मैं रीडर साहब ने पूछा, वो कहंदे घरे किसी नूं मिल नहीं देंदे जज साहब। ਤੁਸੀਂ ਬਾਰ ਕਾਉਂਸਲ ਆਫ ਪੰਜਾਬ ਐਂਡ ਹਰਿਆਣਾ ਚੰਡੀਗੜ੍ਹ ਨਾਲ ਜਾਂ ਬਾਰ ਕਾਉਂਸਲ ਹਿਮਾਚਲ ਨਾਲ ਇਹ ਮੈਟਰ ਟੇਕ ਅਪ ਕੀਤਾ? क्योंकि मेरा बार मैटर टेक ओवर कर रहा है, वो कहंदे भी जे साडी लोअर लैवल ते गल किते सैटल हुंदी है तां एडे बड़ी गल दी लोड़ नहीं। आई एम जस्ट वेटिंग एंड ओबिंग दी डिक्टेट्स ऑफ माई बार। ਤੁਸੀਂ ਡਾਇਰੈਕਟਰ ਲਿਟੀਗੇਸ਼ਨ ਨੂੰ ਵੀ ਕੰਪਲੇਂਟ ਕੀਤੀ ਔਰ ਕਾਪੀ ਭੇਜੀ ਹੈ? हाँ जी कीती ਔਰ है। ਉਹਨਾਂ ਦਾ ਕੋਈ ਜਵਾਬ ਆਇਆ? फिलहाल मैनू कोई नहीं आया। ਔਰ ਤੁਸੀਂ ਇਸ ਦੇ ਉੱਤੇ ਕੋਈ ਡਿਸਪਲਿਨਰੀ ਐਕਸ਼ਨ ਦਾ ਕੋਈ ਜਿਹੜੇ ਵੀ ਸਰਕਾਰੀ ਵਕੀਲ ਸਾਹਿਬ ਨੇ ਜਾਂ ਪੁਲਿਸ ਅਥਾਰਟੀਜ਼ ਹੈ ਜਾਂ ਪੁਲਿਸ ਆਫੀਸ਼ੀਅਲਸ ਨੇ ਜਿਨ੍ਹਾਂ ਨੇ ਇੰਟਰਫੇਅਰ ਕੀਤਾ ਇਨ ਦੀ ਐਡਮਿਨਿਸਟ੍ਰੇਸ਼ਨ ਆਫ ਜਸਟਿਸ ਉਹਨਾਂ ਤੇ ਕੋਈ ਕਾਰਵਾਈ ਲਈ ਲਿਖਿਆ ਜਾਂ ਨਹੀਂ ਲਿਖਿਆ? मैं कंप्लेंट बार नूं दित्ती है, बार ने कंप्लेंट अपनी लैटर ला के फॉरवर्ड की हुई है। ਅੱਛਾ, ਔਰ ਦੇਖੋ ਮੇਰੇ ਨਾਲ ਹੋਰ ਵੀ ਵਕੀਲ ਸੱਜਣ ਨੇ, ਸਾਰਾ ਕੁਝ ਹੈ, ਅਸੀਂ ਉਹਨਾਂ ਦੇ ਵੀ ਵਿਚਾਰ ਲੈ ਲੈਂਦੇ ਹਾਂ। ਸਾਡੇ ਨਾਲ ਆਨਰੇਰੀ ਸੈਕਟਰੀ ਕਨੂ ਸ਼ਰਮਾ ਜੀ ਨੇ, ਉਹਨਾਂ ਤੋਂ ਇਸ ਬਾਰੇ ਥੋੜ੍ਹਾ ਜਿਹਾ ਜਾਣਨ ਦਾ ਕਰਾਂਗੇ ਵੀ ਐਡਮਿਨਿਸਟ੍ਰੇਸ਼ਨ ਆਫ ਜਸਟਿਸ ਦੇ ਵਿੱਚ ਕਿੰਨਾ ਕੁ ਖਿਲਾ ਰਿਹਾ ਜਾਂ ਕੀ ਹੈ, ਇਹਦੇ ਬਾਰੇ ਦੱਸੋ ਤੁਹਾਨੂੰ। ਸਰ ਪਹਿਲੀ ਗੱਲ ਤਾਂ ਇੱਕ ਆਮ ਨਾਗਰਿਕ ਨੂੰ ਹੀ ਇਹ ਪੂਰਾ ਹੱਕ ਬਣਦਾ ਕਿ ਉਹਦੀ ਲਾਈਫ ਐਂਡ ਪਰਸਨਲ ਲਿਬਰਟੀ ਦੇ ਉੱਤੇ ਕੋਈ ਵੀ ਇਸ ਤਰ੍ਹਾਂ ਦੇਖੋ ਹਿੰਡਰੈਂਸ ਨਹੀਂ ਪਾ ਸਕਦਾ, ਤੇ ਇਹ ਤਾਂ ਸਾਡੇ ਵਕੀਲ ਭਰਾ ਦੀ ਗੱਲ ਹੈ। ਤੇ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਸਾਡੀ ਬਾਰ ਐਸੋਸੀਏਸ਼ਨ ਨੂੰ ਕੰਟੈਕਟ ਕੀਤਾ ਤੇ ਸਾਡੀ ਬਾਰ ਐਸੋਸੀਏਸ਼ਨ ਨੇ ਮੀਟਿੰਗ ਬੁਲਾ ਕੇ ਜਿਹੜਾ ਹੈ ਰੈਜ਼ੋਲੂਸ਼ਨ ਪਾਸ ਕੀਤਾ ਅਗੇਂਸਟ ਦਿਸ ਮੂਵ ਕਿ ਕਿੱਦਾਂ ਸਾਡੇ ਵਕੀਲ ਭਰਾ ਨੂੰ ਇਸ ਤਰ੍ਹਾਂ ਡਿਟੇਨ ਕਰ ਸਕਦੇ ਆ। ਤੇ ਜੇ ਕਿਤੇ ਐਡਮਿਨਿਸਟ੍ਰੇਸ਼ਨ ਆਫ ਜਸਟਿਸ ਦੀ ਗੱਲ ਕੀਤੀ ਜਾਵੇ ਸਰ, ਇਹ ਤਾਂ ਸਾਡੇ ਦੇਸ਼ ਦੇ ਵਿੱਚ ਅਸੀਂ ਦੇਖ ਹੀ ਰਹੇ ਹਾਂ ਕਿ ਲਾਅ ਐਂਡ ਆਰਡਰ ਸਿਚੁਏਸ਼ਨ ਬਹੁਤ ਖਰਾਬ ਚੱਲ ਰਿਹਾ ਹੈ। ਇਹ ਸਿਰਫ ਸਾਡੇ ਸੂਬੇ ਦੀ ਗੱਲ ਨਹੀਂ ਹੈ, ਇਹ ਸਾਰੇ ਦੇਸ਼ ਦੀ ਗੱਲ ਹੈ ਕਿ ਕਿਵੇਂ ਵਕੀਲਾਂ ਨੂੰ ਜੇ ਇਸ ਤਰ੍ਹਾਂ ਟੌਰਚਰ ਕੀਤਾ ਜਾਏਗਾ ਤਾਂ ਇੱਕ ਆਮ ਨਾਗਰਿਕ ਕਿੱਥੇ ਜਾਏਗਾ। ਤੁਸੀਂ ਇਹ ਦੇਖੋ, ਵਕੀਲ ਜਿਹੜਾ ਹੈ ਐਡਮਿਨਿਸਟ੍ਰੇਸ਼ਨ ਆਫ ਜਸਟਿਸ ਦਾ ਬਹੁਤ ਵੱਡਾ ਜਿਹੜਾ ਹੈ ਅਸਿਸਟ ਕਰਨ 'ਚ ਐਡਮਿਨਿਸਟ੍ਰੇਸ਼ਨ ਆਫ ਜਸਟਿਸ 'ਚ ਬਹੁਤ ਵੱਡਾ ਰੋਲ ਪਲੇ ਕਰਦਾ। ਜੇ ਇੱਕ ਵਕੀਲ ਜਿਹੜਾ ਹੈ ਜੱਜ ਨੂੰ ਠੀਕ ਤਰ੍ਹਾਂ ਅਸਿਸਟ ਨਾ ਕਰੇ ਤਾਂ ਜਸਟਿਸ ਕਦੀ ਵੀ ਇੱਥੇ ਪ੍ਰੀਵੇਲ ਨਹੀਂ ਕਰ ਸਕਦਾ। ਤੇ ਜੇ ਇਹਨਾਂ ਦੀ ਲਾਈਫ ਐਂਡ ਪਰਸਨਲ ਲਿਬਰਟੀ ਤੇ ਇੰਨਾ ਵੱਡਾ ਖਤਰਾ ਹੈ, ਸਾਨੂੰ ਐਪਰੀਹੈਂਸ਼ਨ ਹੈ ਕਿ ਵੀ ਸਾਡੀ ਲਾਈਫ ਐਂਡ ਲਿਬਰਟੀ ਨੂੰ ਇੰਨਾ ਵੱਡਾ ਖਤਰਾ ਹੈ, ਤਾਂ ਕਿਸ ਤਰ੍ਹਾਂ ਅਸੀਂ ਐਫੀਸ਼ੀਐਂਟਲੀ ਕੰਮ ਕਰ ਪਾਵਾਂਗੇ, ਕਿਸ ਤਰ੍ਹਾਂ ਅਸੀਂ ਐਡਮਿਨਿਸਟ੍ਰੇਸ਼ਨ ਆਫ ਜਸਟਿਸ 'ਚ ਹੈਲਪ ਕਰ ਪਾਵਾਂਗੇ। ਇਹ ਤਾਂ ਬਹੁਤ ਵੱਡਾ ਮੁੱਦਾ ਹੈ, ਇਹਨੂੰ ਤਾਂ ਬਹੁਤ ਦੂਰ ਤੱਕ ਇਸ ਮੈਟਰ ਨੂੰ ਲੈ ਕੇ ਜਾਣਾ ਚਾਹੀਦਾ ਸਾਨੂੰ ਕਿ ਅਸੀਂ ਵਕੀਲ ਜਿਹਨੂੰ ਲੋਕ ਕਈ ਵਾਰ ਕ੍ਰਿਟਿਸਾਈਜ਼ ਵੀ ਕਰ ਦਿੰਦੇ ਆ, ਉਹ ਇੱਕ ਨੋਬਲ ਕਾਜ਼ ਕਰ ਰਿਹਾ ਹੈ ਸੋਸਾਇਟੀ ਲਈ। ਦੂਜਿਆਂ ਦੇ ਹਿਊਮਨ ਰਾਈਟਸ ਪ੍ਰੋਟੈਕਟ ਕਰਨ ਦੀ ਜਗ੍ਹਾ ਸਾਡੇ ਖੁਦ ਦੇ ਮਾਨਵ ਅਧਿਕਾਰ ਜਿਹੜੇ ਆ ਇੱਥੇ ਵਾਇਲੇਟ ਹੋ ਰਹੇ ਆ, ਤੇ ਸਾਨੂੰ ਉਹਨਾਂ ਮਾਨਵ ਅਧਿਕਾਰਾਂ ਨੂੰ ਜਿਹੜੇ ਵਕੀਲਾਂ ਦੇ ਹਿਊਮਨ ਰਾਈਟਸ ਆ ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਕੰਮ ਕਰਨ ਦੀ ਲੋੜ ਹੈ। ਤੇ ਸਾਰੇ ਬਾਰ ਮੈਂਬਰਸ ਨੂੰ ਇਸ ਟਾਈਮ ਇੱਥੇ ਇਕੱਠਾ ਹੋਣਾ ਚਾਹੀਦਾ ਹੈ, ਇਹਦੇ ਖਿਲਾਫ ਜੋ ਹੈ ਆਵਾਜ਼ ਉਠਾਉਣੀ ਚਾਹੀਦੀ ਹੈ। ਇਕੱਲੀ ਬਾਰ ਦੀ ਸੈਕਟਰੀ ਨਹੀਂ, ਪ੍ਰਧਾਨ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਇਹਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ। ਇੱਕ ਭੈਣ ਸਾਡੇ ਨਾਲ ਹੋਰ ਹੈ, ਉਹਨਾਂ ਦਾ ਵੀ ਵਿਚਾਰ ਲੈਂਦੇ ਹਾਂ। I must say that we should move forward to the various higher authorities also and the court also, because earlier we je kite a lawyer cannot be detained to perform his duties because he is at the present time he is the protection of the constitution. We have the constitutional rights as a lawyer, as a even human being also we have a constitutional right, but the lawyer we have a more rights, and we will pursue the matter at the higher authorities even in Punjab also, and we will we all stand by him at all the time. ਇੱਕ ਵੀਰ ਜੀ ਸਾਡੇ ਨਾਲ ਹੋਰ ਵੀ ਨੇ, ਉਹਨਾਂ ਦੇ ਵੀ ਵਿਚਾਰ ਲੈਣੇ ਆ ਵੀ ਇਸ ਇਸ਼ੂ ਨੂੰ ਕਿਸ ਤਰ੍ਹਾਂ ਟੈਕਲ ਕਰਨਾ ਚਾਹੀਦਾ। जैसा कि ऑनरेबल मेंबर्स ने कहा कि एक एडवोकेट जो कि एक आम आदमी से ज़्यादा लोगों के बारे में जानता है और उसके साथ इस तरह की अगर दिक्कतें आती हैं कोई, तो मुझे लगता है कि सबसे पहले उन्हें न्याय की ज़रूरत है, और जब उन्हें न्याय मिलेगा तभी तो वो दूसरे को न्याय दिला पाएंगे। तो अगर उनके साथ ही ऐसा हो रहा है तो वो दूसरे को न्याय कैसे दिलाएंगे। तो एक बहुत ही सीरियस मैटर है, इस
पर बिल्कुल संज्ञान लेना चाहिए और सभी साथियों को, सभी वकील साथियों को इसमें साथ मिल के और आगे बढ़ना चाहिए और इनका साथ देके, ताकि ये इस तरह की स्थिति दोबारा ना आए और लोगों का न्याय प्रशासन पे विश्वास बना रहे। एक साडे नाल फॉर्मर डिस्ट्रिक्ट अटॉर्नी नाल ने साडे, असीं उन्हां तों भी विचार लैने आ भी कि ये जिहड़ा घटनाक्रम होया ਇਹਦੇ ਉੱਤੇ ਉਹ किस तरह किस हिसाब नाल देखते हैं, सोचते हैं ਜਾਂ विचारते हैं? ਇਹ ਜਿਹੜਾ ਕੰਮ ਹੈ ਹਿਮਾਚਲ ਪੁਲਿਸ ਦਾ ਕੀਤਾ ਹੋਇਆ ਬਹੁਤ ਨਿੰਦਨੀ ਹੈ ਤੇ ਜਿੰਨੇ ਵੀ ਇਹਦੀ ਨਿੰਦਿਆ ਹੋ ਜੋ ਨਹੀਂ ਥੋੜੀ ਹੈ, ਕਿਉਂਕਿ ਇੱਕ ਵਕੀਲ ਨੂੰ ਹੀ ਅਗਰ ਸੁਰੱਖਿਅਤ ਮਹਿਸੂਸ ਨਹੀਂ ਕਰੂਗਾ ਤੇ ਆਮ ਆਦਮੀ ਦਾ ਕੀ ਹਾਲ ਹੋਊਗਾ। ਆ ਜਿਸ ਤਰ੍ਹਾਂ ਕਿ ਇਹਨਾਂ ਨੇ ਕੀਤਾ ਹੈਗਾ, ਤੇ ਪਹਿਲਾਂ ਇਹਨਾਂ ਨੂੰ ਲੈ ਕੇ ਉਠਾ ਕੇ ਸੈਨਿਕ ਰੈਸਟ ਹਾਊਸ ਚੋਂ, ਕਿਉਂਕਿ ਇਹ ਨੇਵੀ 'ਚ ਵੀ ਰਹਿ ਕੇ ਆਏ ਨਾ, ਐਕਸ ਸਰਵਿਸਮੈਨ ਵੀ ਨੇ, 65 ਈਅਰ ਇਹਨਾਂ ਦੀ ਏਜ ਹੈ। ਫਿਰ ਇਹਨਾਂ ਨੇ 4:30 ਵਜੇ ਤੱਕ ਪੁਲਿਸ ਡਿਟੇਨ ਕਰੇ ਰੱਖਿਆ। 4:30 ਵਜੇ ਤੋਂ ਕੋਲ ਟਾਈਮ ਖਤਮ ਹੋਇਆ, ਉਸ ਤੋਂ ਬਾਅਦ ਇਹਨਾਂ ਦੇ ਝੂਠਾ ਇੱਕ ਕਲੰਦਰਾ ਬਣਾ ਕੇ ਐਸਡੀਐਮ ਕੋਰਟ 'ਚ ਪੇਸ਼ ਕਰਿਆ ਗਿਆ। ਔਰ ਐਸਡੀਐਮ ਦਾ ਵੀ ਮੈਂ ਦਿਮਾਗ ਦੇਖਣਾ ਚਾਹੁੰਦਾ ਹੈਗਾ, ਇਹਦੀ ਵੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ। ਜਦੋਂ ਉਹਨੂੰ ਪੇਸ਼ ਕਰਿਆ ਗਿਆ ਤਾਂ ਉਹਨੂੰ ਕਿਹਾ ਵੀ ਮੈਂ ਇੱਕ ਐਡਵੋਕੇਟ ਹੈ, ਉਹਨੇ ਵੀ ਕੋਈ ਐਕਸ਼ਨ ਨਹੀਂ ਲਿਆ। ਉਹ ਵੀ ਪੁਲਿਸ ਵਾਲਿਆਂ ਦੇ ਨਾਲ ਮਿਲੀ ਵਕਤ ਹੋ ਕੇ ਜਿਵੇਂ ਪੁਲਿਸ ਵਾਲੇ ਕਹੀ ਗਏ ਉਵੇਂ ਉਹਨੇ ਕੀਤਾ। ਡਾਕਟਰ ਹੈ ਜਿਹੜਾ, ਉਹਨੂੰ ਵੀ ਕਿਹਾ ਗਿਆ, ਉਹਨੇ ਵੀ ਕੋਈ ਐਕਸ਼ਨ ਨਹੀਂ ਲਿਆ। ਇਸ ਕਰਕੇ ਮੈਂ ਇਹਦੀ ਘੋਰ ਨਿੰਦਿਆ ਕਰਦਾ ਕਿ ਜਿੰਨੇ ਵੀ ਹੀਅਰਿੰਗ ਆਫੀਸ਼ੀਅਲ ਹੈ ਸਾਰਿਆਂ 'ਤੇ ਸਟ੍ਰਿਕਟ ਤੋਂ ਸਟ੍ਰਿਕਟ ਐਕਸ਼ਨ ਹੋਣਾ ਚਾਹੀਦਾ। ਬਿਹਾਈਂਡ ਬਾਰ, ਰਿਮੂਵਡ ਫਰੋਮ ਸਰਵਿਸ। ਇੱਕ ਚੀਜ਼ ਹੋਰ ਬਾਟ ਸਾਹਿਬ, ਤੁਹਾਡੇ ਵਿਚਾਰ ਗੋਚਰੇ ਆ ਕਿ ਤੁਸੀਂ ਇਹ ਜੋ ਤੁਹਾਡੇ ਇਹਨਾਂ ਨੇ ਡਾਕੂਮੈਂਟ ਰੱਖੇ ਆ ਐਜ਼ ਏ ਐਡਵੋਕੇਟ, ਜੋ ਤੁਹਾਨੂੰ ਬਾਰ ਐਸੋਸੀਏਸ਼ਨ ਨੇ ਦਿੱਤੇ ਹੋਏ ਨੇ ਜਾਂ ਬਾਰ ਕਾਉਂਸਲ ਨੇ ਦਿੱਤੇ ਹੋਏ ਆ, ਇਹ ਕੋਈ ਇਹਨਾਂ ਨੇ ਲਿਖ ਕੇ ਦਿੱਤਾ ਤੁਹਾਨੂੰ ਵੀ ਅਸੀਂ ਇਹ ਤੁਹਾਡੇ ਡਾਕੂਮੈਂਟ ਰੱਖੇ ਆ ਜਾਂ ਇਹਨਾਂ ਨੇ ਖੋਏ ਆ ਜਾਂ ਤੁਹਾਡੇ ਤੋਂ ਇਹਨਾਂ ਨੇ ਧੱਕੇ ਨਾਲ ਲਏ ਆ? ਇਹਦੇ ਬਾਰੇ ਵਿਚਾਰ ਕਰੋਗੇ? ਦੇਖੋ, ਜਦੋਂ ਉਹਨੇ ਮੈਨੂੰ ਅਰੈਸਟ ਕੀਤਾ, ਪਹਿਲਾਂ ਮੇਰੀ ਗੱਡੀ ਦੀ ਚਾਬੀ, ਜਿੰਨੇ ਮੇਰੇ ਕੋਲ ਆਈ ਕਾਰਡ ਸੀਗੇ ਐਕਸ ਆਰਮੀ ਦੇ, ਹਾਈ ਕੋਰਟ ਦਾ ਮੈਨੂੰ ਆਇਡੈਂਟੀ ਕਾਰਡ ਮਿਲਿਆ ਹੋਇਆ, ਉਹ ਸਾਰੇ ਮੇਤੇ ਉਹਨੇ ਖੋਹ ਲਏ। ਜਦੋਂ ਮੈਨੂੰ ਰਿਲੀਜ਼ ਕੀਤਾ ਤੇ ਮੇਰਾ ਜਿਹੜਾ ਹਾਈ ਕੋਰਟ ਦਾ ਆਇਡੈਂਟੀ ਕਾਰਡ ਨਹੀਂ ਦਿੱਤਾ, ਬਾਕੀ ਤੇ ਨਾ ਮੇਰੇ ਪੈਸੇ ਮੋੜੇ, ਜਿਹੜਾ ਕਿ 22,000 ਰੁਪਇਆ 800 ਦੇ ਵਿੱਚੋਂ ਸਿਰਫ 800 ਰੁਪਇਆ ਮੈਨੂੰ ਦੇ ਦਿੱਤਾ। 22,000 ਰੁਪਇਆ ਜਿਹੜੀ ਫੀਸ ਆਈ ਸੀ ਉਹ ਰੱਖ ਲਈ ਉਹਨੇ, ਪਾਰਟੀ ਨੇ ਜਿਹੜੀ ਮੈਨੂੰ ਉੱਥੇ ਜਾਣ ਲਈ ਦਿੱਤੀ ਸੀ। ਤੇ ਇੱਕ ਇਹਦੇ 'ਚ ਹੋਰ ਵੱਡੀ ਗੱਲ ਹੈ ਕਿ ਉਹਨੇ ਮੈਂ ਬਾਰ-ਬਾਰ ਕਰਾਈ ਕਰ ਰਿਹਾ ਸੀ ਉਹਨਾਂ ਨਾਲ ਕਿ ਭਾਈ ਮੈਂ ਵਕੀਲ ਹਾਂ, ਮੈਂ ਕੇਸ ਕਰਨ ਆਇਆ ਹੋਇਆ, ਕੱਲ੍ਹ ਕੇਸ ਲੱਗਿਆ ਹੋਇਆ ਔਰ ਮੈਨੂੰ ਤੁਸੀਂ ਕੱਲ੍ਹ ਜਿਰਿਆ ਕਰਨ ਦਾ ਮੌਕਾ ਦਿਓ ਕਿ ਉਹ ਕਲਾਇੰਟ ਮੇਰੇ ਤੋਂ ਜਿਰਿਆ ਕਰਾਉਣੀ ਚਾਹੁੰਦੀ ਆ, ਨਾ ਕਿ ਐਡਵੋਕੇਟ ਪ੍ਰਵੀਨ ਸ਼ਰਮਾ ਕਿਸੇ ਹੋਰ ਬਿਲਾਸਪੁਰ ਦੇ ਵਕੀਲ ਤੋਂ। ਉਹਨਾਂ ਨੇ ਇਸ ਗੱਲ ਸਾਰੀ ਨੂੰ ਦੱਬਣ ਖਾਤਰ ਉਹ ਮੇਰਾ ਆਇਡੈਂਟੀ ਕਾਰਡ ਰੱਖ ਲਿਆ ਤੇ ਮੇਰਾ ਆਪਣਾ ਜਿਹੜਾ ਪੇਰੈਂਟਲ ਐਡਰੈਸ ਹੈ ਨੇਟਿਵ ਪਲੇਸ ਦਾ ਐਜ਼ ਆਰਡੀਨਰੀ ਸਿਟੀਜ਼ਨ ਮੈਨੂੰ ਸ਼ੋਅ ਕਰਨ ਵਾਸਤੇ ਉਹ ਮੇਰੇ ਪੈਸੇ ਔਰ ਮੇਰਾ ਆਇਡੈਂਟੀ ਕਾਰਡ ਰੱਖਿਆ ਹੋਇਆ ਹੈ। ਤੁਸੀਂ ਇਸ ਦੇ ਵਿੱਚ ਇਹ ਵੀ ਸੋਚਦੇ ਹੋ ਵੀ ਪੰਜਾਬ ਦੇ ਵਕੀਲਾਂ ਨਾਲ ਜਿਹੜੇ ਆ ਹਿਮਾਚਲ ਵਾਲੇ ਉਹ ਧੱਕਾ ਕਰਦੇ ਨੇ? ਇਹ ਸਰ, ਮੈਂ ਵੈਸੇ ਜਿਸ ਪਿੰਡ ਤੋਂ ਬਿਲੋਂਗ ਕਰਦਾ, ਜਦੋਂ ਇੰਦਰਾ ਜੀ ਦਾ ਕਤਲ ਹੋਇਆ ਉਸੇ ਦਿਨ ਮੈਂ ਨੇਵੀ 'ਚੋਂ ਰਿਟਾਇਰ ਹੋਇਆ। ਜਦੋਂ ਮੈਂ ਉੱਥੇ ਮੈਂਬਰ ਬਣ ਗਿਆ ਸੀ ਉਦੋਂ ਵੀ ਉਹਨੇ ਮੇਰਾ ਇਹੀ ਕਿਹਾ ਸੀ ਵੀ ਇੱਥੋਂ ਅਸੀਂ ਸਿੱਖਾਂ ਨੂੰ ਤਾਂ ਪਹਿਲਾਂ ਬਾਹਰ ਕੱਢ ਰਹੇ ਹਾਂ ਤੇ ਇਹਨੂੰ ਮੈਂਬਰ ਬਣਾ ਲਾਂਗੇ, ਤਾਂ ਫਿਰ ਇਸ ਕਰਕੇ ਮੈਂ ਪੰਜਾਬ 'ਚ ਪ੍ਰੈਕਟਿਸ ਕੀਤੀ ਹੈ ਤੇ ਇਹ ਮੇਰਾ ਚੌਥਾ ਕੇਸ ਹੈ। 38 ਸਾਲ ਦੀ ਮੇਰੀ ਪ੍ਰੈਕਟਿਸ ਹੈ ਬਿਲਾਸਪੁਰ ਦੇ ਵਿੱਚ ਔਰ ਜਦ ਵੀ ਮੈਂ ਉੱਥੇ ਗਿਆ ਮੇਰੇ ਨਾਲ ਇੱਦਾਂ ਹੀ ਮਿਸਬਿਹੇਵ ਕੀਤਾ। ਇਹ ਹਿਮਾਚਲ ਤੇ ਪੰਜਾਬ ਦੀਆਂ ਵੰਡੀਆਂ ਤਾਂ ਜ਼ਰੂਰ ਪੈ ਗਈਆਂ, ਲੇਕਿਨ ਲੋਕਾਂ ਦੀਆਂ ਵੰਡੀਆਂ ਦਿਲਾਂ 'ਚ ਕਿੱਥੋਂ ਤੇ ਕਿਵੇਂ ਪੈ ਗਈਆਂ, ਇਹਦੇ ਬਾਰੇ ਕੋਈ ਦੱਸੋਗੇ? ਮੈਂ ਦੱਸਾਂਗਾ ਜੀ। ਜਦੋਂ ਪਹਿਲਾ ਕੇਸ ਮੈਨੂੰ ਬੋਲਿਆ ਕੰਪਰੋਮਾਈਜ਼ ਮੈਟਰ ਸੀਗੀ, ਮੇਰੇ ਪਿੰਡ ਦਾ ਕ੍ਰਾਸ ਕੇਸ ਸੀਗਾ, ਸਾਰੇ ਸਰਦਾਰ ਬੰਦੇ ਸੀ, ਉਹ ਮੇਰਾ ਪਹਿਲਾ ਕੇਸ ਸੀ। ਮੈਂ ਉਹ ਫਿਰ ਉਸ ਵੇਲੇ ਕੰਸਰਨ ਮੈਜਿਸਟਰੇਟ ਸਾਹਿਬ ਤੋਂ ਕੁਐਸ਼ ਕਰਾਇਆ ਸੀ ਔਨ ਦੀ ਬੇਸਿਸ ਆਫ ਕੰਪਰੋਮਾਈਜ਼, ਕਿਉਂਕਿ ਉਹ ਮੈਨੂੰ ਇਹ ਦੋਨੋਂ ਕਹਿ ਰਹੇ ਸੀ ਵੀ ਜਦੋਂ ਵੀ ਅਸੀਂ ਤਰੀਕਾਂ ਤੇ ਜਾਂਦੇ ਹਾਂ ਤੇ ਸਾਨੂੰ ਸਰਦਾਰ ਜੀ ਦੇ ਕਹਿ ਕੇ ਸਾਡੇ ਬੋਤਲਾਂ ਮਾਰਦੇ ਨੇ ਤੇ ਸਾਨੂੰ ਜੱਜ ਵੀ ਦੂਜੇ ਤੀਜੇ ਦਿਨ ਦੀ ਸ਼ਾਰਟ ਡੇਟ ਦਿੰਦੇ ਨੇ ਤੇ ਸਾਨੂੰ ਇੱਕ ਐਜ਼ ਏ ਸਰਦਾਰ ਜਾਂ ਪੰਜਾਬੀ ਹੋ ਕੇ ਹਰਾਸ ਕਰਦੇ ਨੇ, ਜਦ ਕਿ ਅਸੀਂ ਕੰਪਰੋਮਾਈਜ਼ ਕਰਨਾ ਚਾਹੁੰਦੇ। ਔਰ ਜਿਹੜੇ ਅੱਜ ਪ੍ਰਧਾਨ ਜੀ ਨੇ ਉੱਥੇ ਉਹਨਾਂ ਦੇ, ਉਹ ਉਸ ਵੇਲੇ ਮੇਰੇ ਕੌਂਸਲ ਸੀਗੇ, ਦੂਜੇ ਅਪੋਜ਼ਿਟ ਕੌਂਸਲ। ਇੱਕ ਸਾਡੇ ਨਾਲ ਹੋਰ ਯੰਗ ਐਡਵੋਕੇਟ ਹਾਜ਼ਰ ਨੇ, ਉਹਨਾਂ ਦੇ ਵੀ ਵਿਚਾਰ ਜਾਣਦੇ ਆ ਇਸ ਇਸ਼ੂ ਤੇ, ਜਿਹੜੇ ਉਹਨਾਂ ਨੇ ਸਾਰੀ ਗੱਲ ਸੁਣੀ ਹੈ, ਇਹਦੇ ਬਾਰੇ ਉਹ ਕੀ ਕਹਿਣਾ ਚਾਹਣਗੇ। Sir, I am Advocate Deepkaval Singh, practicing here at Punjab Haryana High Court. Whatever the incident has happened, it's a very untoward incident. And advocate practicing not only in the Punjab and Haryana High Court or any of the Bilaspur Court, Delhi High Court or the Delhi Supreme Court. Advocate practicing anywhere in India because he has the license to practice overall in India. He has a full right. Who is the police authority to interfere in between?
Who has given the police authority right to detain the advocate? When if the police can interfere in the powers of an advocate, then what respect will they show to a normal person? The normal person is coming to court for justice. न्याय के लिए आ रहा है, एक आम इंसान एक न्याय के पाने के लिए कोर्ट में आ रहा है, एक एडवोकेट के पास अपीयर हो रहा है और एडवोकेट को पुलिस इस तरह डिटेन कर रही है. To be frankly speaking, on strict words, it's a very untoward incident with an advocate. We all the advocates, the bar and the advocates not only of the Punjab and Haryana High Court, anywhere practicing in the overall in India, should support the advocate, and not only to support my colleague, but even all the advocates. And the action of the police should be strictly condemned, and I must say that each and every bar should take action against the police authorities. Thank you so much. एक लेटेस्ट जजमेंट होने आई है कि जिन्हां दा करैक्टर जिहड़ा वो ठीक नहीं, सुप्रीम कोर्ट ने जजमेंट दी है. ਇਹ ਜਿਹੜੀ ਕਰੈਕਟਰ ਦੀ ਜਿਹੜੀ ਜਦੋਂ ਇਦਾਂ ਦੀ ਗੱਲ ਆ ਜਾਂਦੀ ਹੈ, ਇਹ ਸੁਪਰੀਮ ਕੋਰਟ ਦੀ ਜਜਮੈਂਟ ਇਹਨਾਂ ਲੋਕਾਂ ਤੇ ਵੀ ਲਾਗੂ ਕਰਨੀ ਚਾਹੀਦੀ ਹੈ ਜਿਹੜੇ ਪੁਲਿਸ ਦੀ ਨੌਕਰੀ ਵਿੱਚ ਹਨ ਜਾਂ ਨਹੀਂ. ਇਹਦੇ ਬਾਰੇ ਕੀ ਕਹੋਗੇ? With due respect of the judgment of the Supreme Court, I'm not saying that the character must be brought into consideration. The character can be a part of a consideration for those person who don't have a good character. All police officials are not bad, all advocates are not bad. We can't say that this police official is not good. There are many police officials who work hard for us, who stand for us also. But what happened with my colleague, with the advocate standing besides me, that was an untoward incident, and that should be condemned in strict words. Thank you. भट्ट साहब कुछ और कहना चाहोगे इस इशू ते? मेरी गुंजाइश ये है कि ਜਿਹੜਾ ਮੈਨੂੰ ਲਾਇਸੈਂਸ ਦਿੱਤਾ ਹੈ ਉਹ ਅਕਿਊਜ਼ ਨੂੰ ਬਚਾਉਣ ਵਾਸਤੇ ਦਿੱਤਾ ਹੋਇਆ ਹੈ. ਅਗਰ ਉਹ ਲਾਇਸੈਂਸ ਮੈਨੂੰ ਇਹ ਪਰਮਿਟ ਕਰਦਾ ਕਿ ਜੇ ਅਗਰ ਫੌਜਦਾਰੀ ਕੇਸ ਦੇ ਵਿੱਚ ਮੇਰੀ ਡਿਊਟੀ ਲਾਇਸੈਂਸ ਦੇ ਮੁਤਾਬਕ ਮੁਲਜ਼ਮ ਨੂੰ ਬਚਾਉਣਾ ਹੈ, ਫਿਰ ਮੈਨੂੰ ਇਸ ਗੱਲ ਦਾ ਜਵਾਬ ਚਾਹੀਦਾ ਕਿ ਕੀ ਮੈਨੂੰ ਪੁਲਿਸ ਜਾਂ ਸਰਕਾਰੀ ਵਕੀਲ ਇਸ ਗੱਲ ਲਈ ਕੰਪੈਲ ਕਰ ਸਕਦੇ ਕਿ ਤੇਰਾ ਮੁਲਜ਼ਮਾਂ ਨੂੰ ਛਡਾਉਣ ਦੇ ਨਾਲ ਸਾਡੇ ਪੁਲਿਸ ਵਾਲਿਆਂ ਨੂੰ ਵੀ ਛਡਾਓ. ਅਗਰ ਕੋਈ ਐਸਾ ਹੈ ਤਾਂ ਆਪਣਾ ਲਾਇਸੈਂਸ ਵਾਪਸ ਕਰਨ ਲਈ ਤਿਆਰ ਹੈ, ਕਿਉਂਕਿ ਇਹਦੇ ਲਾਇਸੈਂਸ ਦੀ ਵੀ ਬੇਇੱਜ਼ਤੀ ਹੈ. ਤੁਸੀਂ ਵਿਕਟਮ ਦਾ ਕੇਸ ਕਰਨ ਗਏ ਸੀ, ਖੁਦ ਹਿਮਾਚਲ ਪੁਲਿਸ ਦੀ ਐਟਰੋਸਿਟੀਜ਼ ਦਾ ਵਿਕਟਮ ਦਾ ਸ਼ਿਕਾਰ ਹੋ ਗਏ, ਇਹਦੇ ਬਾਰੇ ਕੀ ਕਹੋਗੇ? ਤੁਸੀਂ ਵਿਕਟਮ ਨੂੰ ਰਿਪਰੈਜ਼ੈਂਟ ਕਰਨ ਗਏ ਸੀ, ਅਕਿਊਜ਼ ਨੂੰ ਰਿਪਰੈਜ਼ੈਂਟ ਕਰਨ ਗਏ ਸੀ ਕੋਰਟ ਦੇ ਵਿੱਚ. ਤੁਸੀਂ ਹਿਮਾਚਲ ਪ੍ਰਦੇਸ਼ ਦੀ ਪੁਲਿਸ ਜਿਹੜੀ ਹੈ ਉਹਦੀ ਵਿਕਟਮ ਬਣ ਗਏ ਤੁਸੀਂ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਇਹ ਹਾਈ ਹੈਂਡਡਨੈਸ ਹੈ, ਇਹ ਇਨਜਸਟਿਸ ਹੈ ਮੇਰੇ ਲਈ, ਔਰ ਮੇਰੀ ਜਿਹੜੀ ਹੈ ਇੱਕ ਸ਼ਾਨ ਦੇ ਉੱਤੇ ਧੱਬਾ ਹੈ. ਤੁਸੀਂ ਡੈਫਾਮੇਸ਼ਨ ਦਾ ਕੋਈ ਸਟੈਪ ਲਾਓਗੇ ਜਾਂ ਡੈਮੇਜਸ ਦਾ ਕੋਈ ਸਟੈਪ ਲਾਓਗੇ? ਬਾਰ ਹੈਜ਼ ਟੇਕਨ ਅਪ ਦੀ ਮੈਟਰ. ਬਾਰ ਜੋ ਜਿੱਦਾਂ ਫੈਸਲਾ ਕਰੇਗਾ ਮੈਂ ਬਾਰ ਦੇ ਨਾਲ ਹੈ, ਮੈਂ ਬਾਰ ਦੀ ਗੱਲ ਤੇ ਅੱਗੇ ਲੰਘ ਨਹੀਂ ਸਕਦਾ. ਜਦੋਂ ਬਾਰ ਦੇ ਹੱਥ ਖੜੇ ਹੋ ਜਾਣਗੇ ਦੈਨ ਫਿਰ ਮੈਂ ਆਪਣਾ ਇੰਡੀਵਿਜੂਅਲ ਸਟੈਪ ਲਵਾਂਗਾ. ਤੁਸੀਂ ਕੁਝ ਗੱਲ ਕਰਨੀ ਚਾਹ ਰਹੇ ਸੀਗੇ? ਨਹੀਂ, ਮੈਂ ਤਾਂ ਇਹੀ ਕਹਿੰਦਾ ਵੀ ਜਿੰਨੇ ਏਰੀਅਿੰਗ ਅਫਸਰ ਹੈ ਸਾਰਿਆਂ ਦੇ ਸਟ੍ਰਿਕਟ ਤੋਂ ਸਟ੍ਰਿਕਟ ਐਕਸ਼ਨ ਹੋਣਾ ਚਾਹੀਦਾ ਤਾਂ ਕਿ ਇਨ ਫਿਊਚਰ 'ਚ ਇੰਸੀਡੈਂਟ ਰਿਪੀਟ ਨਾ ਹੋਵੇ. ਪ੍ਰੈਸੀਡੈਂਟ ਇਹੋ ਜਿਹਾ ਬਣਨਾ ਚਾਹੀਦਾ ਤਾਂ ਕਿ ਇਨ ਫਿਊਚਰ ਇਹੋ ਜਿਹੀ ਗੱਲ ਹੁਣ ਸਾਰਿਆਂ ਦੇ ਵਕੀਲਾਂ ਨੇ ਇਨ ਫੀਅਰ ਹੈਗਾ, ਇਨ ਫਿਊਚਰ ਇਹੋ ਜਿਹਾ ਇੰਸੀਡੈਂਟ ਰਿਪੀਟ ਨਾ ਹੋਵੇ. ਸਭ ਤੋਂ ਪੁਰਾਣਾ ਮੁਨਸ਼ੀ ਲੈ ਲਓ ਇੰਟਰਵਿਊ, ਸਭ ਤੋਂ ਪੁਰਾਣਾ ਮੁਨਸ਼ੀ ਦੇਖੋ ਸਾਡੀ ਮਾਨਯੋਗ ਹਾਈ ਕੋਰਟ ਦੇ ਵਿੱਚ ਇਹ ਸਭ ਤੋਂ ਪੁਰਾਣੇ ਜਿਹੜੇ ਨੇ ਵਕੀਲਾਂ ਨਾਲ ਕੰਮ ਕਰਦੇ ਕਲਰਕ ਦੇ ਤੌਰ ਤੇ, ਮੁਨਸ਼ੀ ਦੇ ਤੌਰ ਤੇ ਵਿਚਰ ਰਹੇ ਨੇ. ਔਰ ਜੇ ਇਹ ਕਿਹਾ ਜਾਏ 50-60 ਸਾਲ ਤੋਂ ਇਹ ਇੱਥੇ ਵਕੀਲਾਂ ਨਾਲ ਰਹੇ ਨੇ ਔਰ ਇਹਨਾਂ ਨੇ ਆਪਣੇ ਹੱਥਾਂ ਵਿੱਚ ਕਈ ਜੱਜ ਬਣਾ ਦਿੱਤੇ. ਇਹਦੇ ਬਾਰੇ ਦੋ ਸ਼ਬਦ ਇਹਨਾਂ ਤੋਂ ਸੁਣ ਲੈਂਦੇ ਹਾਂ ਵੀ ਪਹਿਲੇ ਸਿਸਟਮ ਕੀ ਸੀ ਤੇ ਅੱਜ ਦਾ ਸਿਸਟਮ ਕੀ ਹੈ. ਪਹਿਲੇ ਦੇ ਸਿਸਟਮ 'ਚ ਬਹੁਤ ਅੱਛੇ ਸਿਸਟਮ 'ਚ ਵਕੀਲ ਜੱਜ ਇੱਥੇ ਇਕੱਠੇ ਆ ਕੇ ਵੀ ਬੈਠ ਜਾਂਦੇ ਸੀ, ਕੋਈ ਇੱਦਾਂ ਦੇ ਅੰਤਰ ਨਹੀਂ ਹੁੰਦਾ ਸੀਗਾ. ਹੁਣ ਅੱਜ ਕੱਲ੍ਹ ਪੁਲਿਸ ਤੱਕ ਵੀ ਇਹਨਾਂ ਦੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੀ, ਜਿਹੜੇ ਕਿ ਬਿਲਕੁਲ ਗਲਤ ਹੈ. ਜੇ ਪੁਲਿਸ ਇੱਦਾਂ ਗੱਲ ਕਰੇਗੀ ਤਾਂ ਵਕੀਲਾਂ ਨੂੰ ਇਨਸਾਫ ਨਹੀਂ ਦਵਾ ਸਕਦੇ, ਪਬਲਿਕ ਵਾਸਤੇ ਬਿਲਕੁਲ ਗਲਤ ਹੋ ਜਾਏਗਾ. ਦੇਖੋ, ਇਹ ਸਨ ਕੁਛ ਵਿਚਾਰ ਜਿਹੜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਪਬਲਿਕ ਐਂਟਰੀ ਗੇਟ ਨੰਬਰ 1 ਦੇ ਗਲਿਆਰਾਂ ਵਿੱਚ ਬਹਿ ਕੇ ਇਹ ਵਿਚਾਰ ਕਰ ਦਿੱਤੀ ਹੈ. ਦੇਸ਼ ਦੇ ਵਕੀਲਾਂ ਨੂੰ ਹਲੂਣਾ ਦੇ ਦਿੱਤਾ ਹੈ, ਸਿਸਟਮ ਨੂੰ ਹਲੂਣਾ ਦੇ ਦਿੱਤਾ ਹੈ. ਔਰ ਇਸ ਹਲੂਣੇ ਦਾ ਅਸਰ ਕਿੱਥੋਂ ਤੱਕ ਜਾਂਦਾ ਹੈ, ਇਹ ਵੀਡੀਓ ਨੂੰ ਇਸ ਵੇਲੇ ਸ਼ੂਟ ਕਰਨ ਦਾ ਮਤਲਬ ਇਹੀ ਹੈ ਕਿ
ਜਿਹੜਾ ਵੀ ਸਿਸਟਮ ਹੈ, ਐਸਟੈਬਲਿਸ਼ਮੈਂਟ ਹੈ, ਉਸ ਨੂੰ ਕਿੰਨੀ ਕੁ ਕਰੈਕਸ਼ਨ ਚਾਹੀਦੀ ਹੈ। ਗੱਲ ਇੰਨੀ ਕੋਈ ਕਰਨੀ ਹੈ, ਇਸ ਵੀਡੀਓ ਨੂੰ ਵੱਧ ਤੋਂ ਵੱਧ ਦੇਸ਼ ਹਿੱਤ 'ਚ ਪਹੁੰਚਾ ਦੇਣਾ, ਵਕੀਲਾਂ ਦੇ ਹਿੱਤ 'ਚ ਪਹੁੰਚਾ ਦੇਣਾ, ਹੱਥਾਂ 'ਚ ਪਹੁੰਚਾ ਦੇਣਾ, ਆਮ ਜਨਤਾ ਨਾਲ ਸ਼ੇਅਰ ਕਰ ਦੇਣਾ ਔਰ ਹਰ ਘਰ ਦੇ ਵਿੱਚ ਪਹੁੰਚਾ ਦੇਣਾ। ਔਰ ਮੇਰੇ ਇਸ ਵੀਡੀਓ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣਾ, ਲਾਈਕ ਵੀ ਦੇ ਦੇਣਾ, ਸ਼ੇਅਰ ਵੀ ਕਰ ਦੇਣਾ, ਫੀਡਬੈਕ ਵੀ ਦੇ ਦੇਣਾ। ਤੇ ਜੇ ਦੂਜੀ ਧਿਰ ਵੀ ਕੋਈ ਇਹ ਗੱਲ ਕਹਿਣੀ ਚਾਹੁੰਦੀ ਹੈ ਇਸ ਵੀਡੀਓ ਤੇ ਆ ਕੇ, ਉਹ ਇਹ ਗੱਲ ਕਹਿ ਸਕਦੀ ਹੈ, ਇਸ ਚੈਨਲ ਤੇ ਆ ਕੇ ਗੱਲ ਕਹਿ ਸਕਦੀ ਹੈ। ਉਹਨਾਂ ਨੂੰ ਵੀ ਇਹ ਸੁਨੇਹਾ ਲਾ ਦਿੱਤਾ ਹੈ ਵੀ ਤੁਸੀਂ ਜੇ ਆਪਣਾ ਪੱਖ ਰੱਖਣਾ ਚਾਹੁੰਦੇ ਹੋ ਤੇ ਆ ਕੇ ਰੱਖ ਸਕਦੇ ਹੋ। ਯੂ ਆਰ ਮੋਸਟ ਵੈਲਕਮ। ਮੇਰਾ ਨੰਬਰ ਹੈ 9888290006। ਇਸ ਨੰਬਰ ਤੇ ਮੈਨੂੰ ਕੰਟੈਕਟ ਕਰਕੇ ਤੁਸੀਂ ਟਾਈਮ ਫਿਕਸ ਕਰਕੇ ਆ ਜਾਓ। ਜੋ ਤੁਸੀਂ ਗੱਲ ਕਰਨੀ ਚਾਹੋਗੇ ਹਿਮਾਚਲ ਪ੍ਰਦੇਸ਼ ਵਾਲੇ ਜਿਹੜੇ ਵੀ ਇਸ ਕਾਸੇ ਦੇ ਵਿੱਚ ਇਨਵੋਲਵ ਨੇ, ਉਹਨਾਂ ਦੀ ਗੱਲ ਵੀ ਰੱਖੀ ਜਾਏਗੀ। ਗੱਲਾਂ ਇੰਨੀਆਂ ਕੋਈ ਜ਼ਿਆਦਾ ਨਹੀਂ, ਬਸ ਛੁੱਟੀ ਲੈਂਦੇ ਹਾਂ, ਆਗਿਆ ਲੈਂਦੇ ਹਾਂ। ਥੈਂਕ ਯੂ ਬਾਠ ਸਾਹਿਬ।